ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। मैं ਤੁਹਾਡਾ ਆਪਣਾ ਜਸਪੀਤ ਸਿੰਘ ਟਾਨੀ ਐਟ ਲਾਅ ਤੇ ਅੱਜ ਦਾ ਆਪਣਾ ਇਮੀਗ੍ਰੇਸ਼ਨ ਅਪਡੇਟਸ ਦਾ ਪ੍ਰੋਗਰਾਮ ਹੈ। ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਇਮੀਗ੍ਰੇਸ਼ਨ ਜਿਹੜੀਆਂ ਨਿਊ ਖਬਰਾਂ ਨੇ, ਤਾਜ਼ੀਆਂ ਖਬਰਾਂ, ਉਹਨਾਂ ਬਾਰੇ ਗੱਲ ਕਰਾਂਗੇ। ਇਹਦੋਂ ਬਾਅਦ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਾਂਗੇ। ਸੋ ਪਹਿਲੀ ਜਿਹੜੀ ਖਬਰ ਆ ਇੰਪੋਰਟੈਂਟ ਆ ਉਹ ਹੈਗੀ ਆ ਵੀਜ਼ਾ ਬੁਲੇਟਿਨ ਬਾਰੇ। ਨਵੰਬਰ ਦਾ ਵੀਜ਼ਾ ਬੁਲੇਟਿਨ ਆ ਗਿਆ ਜਿਹਦੀ ਕਿ ਉਡੀਕ ਸੀ, ਪਰ ਬਹੁਤ ਡਿਸਅਪੁਆਇੰਟਮੈਂਟ ਹੋਈ ਹੈ। ਜ਼ਿਆਦਾ ਕੈਟੇਗਰੀਆਂ ਜਿਹੜੀਆਂ ਉਹ ਅੱਗੇ ਨਹੀਂ ਚੱਲੀਆਂ। ਸਾਨੂੰ ਉਮੀਦ ਸੀ ਵੀ ਕੈਟੇਗਰੀਆਂ ਮੂਵ ਹੋਣਗੀਆਂ, ਪਰ ਨਹੀਂ, ਉਹ ਮੂਵ ਨਹੀਂ ਹੋਈਆਂ। ਹੁਣ ਮੈਂ ਤੁਹਾਨੂੰ ਦੱਸ ਦਿੰਦਾ ਵੀ ਕਿਵੇਂ ਕਿਵੇਂ ਚੱਲ ਰਹੀਆਂ। F4 ਕੈਟੇਗਰੀ ਆ, ਜਿਹੜੇ US ਸਿਟੀਜ਼ਨ ਦੇ ਭੈਣ ਭਰਾ ਦੀ ਕੈਟੇਗਰੀ, ਉੱਥੇ ਚੱਲ ਰਿਹਾ ਜੀ 15 ਸਤੰਬਰ 2005। F3 ਕੈਟੇਗਰੀ ਆ, ਮੈਰਿਡ ਜਿਹੜੇ US ਸਿਟੀਜ਼ਨ ਦੇ ਬੱਚੇ ਨੇ ਤੇ ਉਹਨਾਂ ਦੇ ਅੱਗੇ 21 ਸਾਲ ਤੋਂ ਘੱਟ ਬੱਚੇ, ਉੱਥੇ ਚੱਲ ਰਿਹਾ ਜੀ 22 ਨਵੰਬਰ 2008। F2B ਕੈਟੇਗਰੀ ਆ, ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਉਹਨਾਂ ਦੇ ਜਿਹੜੇ ਬੱਚੇ ਹੈਗੇ 21 ਸਾਲ ਤੋਂ ਘੱਟ ਜੀ, ਉੱਥੇ ਚੱਲ ਰਿਹਾ ਜੀ 22 ਸਤੰਬਰ 2015। F2A ਕੈਟੇਗਰੀ ਕਰੰਟ ਹੈ, ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਦੀ ਕੈਟੇਗਰੀ ਆ। F1 ਕੈਟੇਗਰੀ ਜਿਹੜੀ ਆ ਉੱਥੇ ਚੱਲ ਰਿਹਾ ਜੀ 1 ਦਸੰਬਰ 2014। ਅਤੇ ਸਾਨੂੰ ਉਮੀਦ ਸੀ ਵੀ F4 ਕੈਟੇਗਰੀ ਜਾਂ F3 ਜ਼ਿਆਦਾ ਮੂਵ ਹੋਣਗੀਆਂ, ਪਰ ਨਹੀਂ ਹੋਈਆਂ। ਸੋ ਇਹ ਹੁਣ ਦੇਖਣ ਵਾਲੀ ਗੱਲ ਆ ਕਿ ਅੱਗੇ ਹੁਣ ਇਹ ਕਿਸ ਤਰ੍ਹਾਂ ਹੋਰ ਮੂਵ ਹੁੰਦੀਆਂ ਜਾਂ ਕਿਵੇਂ ਚੱਲਦਾ। ਜਿਹੜੀਆਂ ਡੇਟਾਂ 'ਤੇ ਪੇਪਰ ਮੰਗ ਰਿਹਾ NVC ਇਹਨਾਂ ਕੈਟੇਗਰੀਆਂ 'ਚ ਹੀ, F4 ਕੈਟੇਗਰੀ ਭਰਾ ਭੈਣ ਦੀ ਕੈਟੇਗਰੀ US ਸਿਟੀਜ਼ਨ ਦੇ 1 ਜਨਵਰੀ 2006, ਇਹ ਵੀ ਖਾਸ ਮੂਵ ਨਹੀਂ ਹੋਈ। ਇਹ ਪਿਛਲੀ ਵਾਰੀ ਵੀ ਇਹੀ ਸੀ, ਹੁਣ ਵੀ ਉਨਾ ਹੀ ਆ। F3 ਕੈਟੇਗਰੀ ਹੈਗੀ ਆ 22 ਅਗਸਤ 2009। F2B ਕੈਟੇਗਰੀ ਗ੍ਰੀਨ ਕਾਰਡ ਹੋਲਡਰ ਦੇ ਜਿਹੜੇ 21 ਸਾਲ ਤੋਂ ਉੱਪਰ ਅਨਮੈਰਿਡ ਬੱਚੇ ਆ, 22 ਸਤੰਬਰ 2016। F2A ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚੇ, 1 ਜੂਨ 2021। F1 ਕੈਟੇਗਰੀ ਆ 15 ਮਈ 2016। ਸੋ ਇਹ ਜਿਹੜੀਆਂ ਸਾਰੀਆਂ ਕੈਟੇਗਰੀਜ਼ ਨੇ ਇਹ ਅੱਗੇ ਚੱਲ ਕੇ ਕਾਫੀ ਸਲੋ ਨੇ, ਅਤੇ ਹੁਣ ਉਮੀਦ ਗਾਂ ਨੂੰ ਦੇਖਦੇ ਹਾਂ ਵੀ ਕਿੰਨੀ ਕੁ ਮੂਵ ਹੁੰਦੀ। ਸਾਨੂੰ ਉਮੀਦ ਸੀ ਵੀ ਮੂਵ ਹੋਣਗੀਆਂ, ਪਰ ਨਹੀਂ ਹੋਈਆਂ। ਪਰ ਇਹਦੇ ਨਾਲ ਨਾਲ ਜਿਹੜੇ ਕਿ US ਸਿਟੀਜ਼ਨ ਦੇ ਹਸਬੈਂਡ ਵਾਈਫ ਦੇ ਕੇਸ ਹੁੰਦੇ ਨੇ ਜਾਂ ਗ੍ਰੀਨ ਕਾਰਡ ਹੋਲਡਰਾਂ ਦੇ ਹਸਬੈਂਡ ਵਾਈਫ ਦੇ ਕੇਸ ਨੇ, ਉਹ ਵੀ ਜ਼ਿਆਦਾ ਨਹੀਂ ਮੂਵ ਹੋ ਰਹੇ। ਸੋ ਕਾਫੀ ਇੰਟਰਵਿਊ ਜਿਹੜੀਆਂ ਸੀ ਕੈਂਸਲ ਹੋ ਗਈਆਂ ਜਾਂ ਬਹੁਤ ਸਲੋ ਨੇ, ਆ ਨਹੀਂ ਰਹੀਆਂ। ਅਤੇ ਇਸ ਤੋਂ ਇਲਾਵਾ ਜਿਹੜਾ ਇਹ ਤਾਂ ਹੁਣ ਵੀਜ਼ਾ ਬੁਲੇਟਿਨ ਹੋ ਗਿਆ। ਅਗਲੀ ਖਬਰ ਜਿਹੜੀ ਇੰਪੋਰਟੈਂਟ ਆ ਉਹ ਇਹ ਹੈਗੀ ਆ ਕਿ ਅਮਰੀਕਾ ਨੇ ਜਿਹੜੀ ਟਰੰਪ ਵੇਲੇ ਦੀ ਪਾਲਿਸੀ ਸੀ ਮੀਟਰਿੰਗ ਵਾਲੀ, ਉਹਨੂੰ ਖਤਮ ਕਰ ਦਿੱਤਾ। ਸੋ ਦ ਬਾਈਡਨ ਐਡਮਿਨਿਸਟ੍ਰੇਸ਼ਨ ਦਿਸ ਵੀਕ ਰਿਵੋਕਡ ਟਰੰਪ era rules that allowed US authorities to limit the number of asylum seekers who can be processed at official border crossing. Through a memo on Monday, Troy Miller, the interim head of US Custom and Border Protection, rescinded the several guidelines issued during Trump administration that upheld the so-called metering practice at land's port of entry. ਅਮਰੀਕਾ ਦੇ ਵਿੱਚ ਜਿਹੜੇ ਬੰਦੇ ਐਂਟਰ ਕਰਦੇ ਹੈਗੇ ਮੈਕਸੀਕੋ ਤੋਂ, ਉਹਨਾਂ ਨੂੰ ਇੱਕ ਮੀਟਰਿੰਗ ਪਾਲਿਸੀ ਦੇ ਅੰਡਰ ਐਂਟਰੀ ਦਿੱਤੀ ਜਾਂਦੀ ਸੀ। ਉਹਦਾ ਮਤਲਬ ਇਹ ਸੀ ਵੀ ਕਿੰਨੇ ਬੰਦਿਆਂ ਨੂੰ ਰੋਜ਼ ਐਂਟਰੀ ਦੇਣੀ, ਉਹਦਾ ਕੋਟਾ ਫਿਕਸ ਹੁੰਦਾ ਸੀ। ਉਹ ਇੱਕ ਪਿੱਛੇ ਡਿਸਟ੍ਰਿਕਟ ਕੋਰਟ ਦੇ ਜੱਜ ਨੇ, ਉਹਨਾਂ ਨੇ ਡਿਸੀਜਨ ਦਿੱਤਾ ਕਿ ਇਹ ਜਿਹੜੀ ਪਾਲਿਸੀ ਆ ਇਹ ਗਲਤ ਹੈ, ਇਹ ਅਮਰੀਕਾ ਦੇ ਕੌਂਸਟੀਟਿਊਸ਼ਨ ਦੇ ਖਿਲਾਫ ਹੈ, ਕਿਉਂਕਿ ਅਮਰੀਕਾ ਜਿਹੜਾ ਸੰਵਿਧਾਨ ਆ ਉਹਦੇ ਵਿੱਚ ਇਹ ਨਹੀਂ ਲਿਖਿਆ ਹੋਇਆ ਕਿ ਤੁਸੀਂ ਇੰਨੇ ਬੰਦਿਆਂ ਨੂੰ ਹੀ ਐਂਟਰੀ ਦੇਣੀ ਆ। ਅਤੇ ਇਹ ਉਹਨਾਂ ਨੇ ਕਿਹਾ ਵੀ ਕੌਂਸਟੀਟਿਊਸ਼ਨ ਦੇ ਅਗੇਂਸਟ ਹੋਣ ਕਰਕੇ ਇਹ ਪਾਲਿਸੀ ਜਿਹੜੀ ਆ ਇਹ ਨਹੀਂ ਹੋਣੀ ਚਾਹੀਦੀ। ਤਾਂ ਉਹਨੂੰ ਅੱਗੇ ਇਹਨਾਂ ਨੇ ਇੰਪਲੀਮੈਂਟ ਕਰਦੇ ਹੋਏ ਇਹ ਪਾਲਿਸੀ ਖਤਮ ਕੀਤੀ ਆ। ਅਤੇ ਹੁਣ ਜਿਹੜਾ ਅੱਗੇ ਹੁੰਦਾ ਸੀ ਵੀ ਇੰਨੇ ਬੰਦੇ ਹੀ ਐਂਟਰ ਕਰ ਸਕਦੇ ਆ, ਹੁਣ ਸਰਕਾਰ ਜ਼ਿਆਦਾ ਬੰਦਿਆਂ ਨੂੰ ਅਲਾਓ ਕਰ ਸਕਦੀ ਹੈ ਐਂਟਰ ਹੋਣਾ। ਆਉਂਦਾ ਜਿਹੜਾ ਸਮਾਂ ਦੱਸੇਗਾ ਵੀ ਇਹਨੂੰ ਕਿਸ ਤਰ੍ਹਾਂ ਇੰਪਲੀਮੈਂਟ ਕੀਤਾ ਜਾਂਦਾ। ਪਰ ਇੱਥੇ ਮੈਂ ਦੱਸਦਾ ਵੀ ਜਿਹੜੀ ਟਾਈਟਲ 42 ਆ ਸਟਿਲ ਇਨ ਇਫੈਕਟ ਆ। ਉਹ ਹੁੰਦੀ ਹੈ ਜੇ ਮਹਾਂਮਾਰੀ ਹੋਵੇ ਜਾਂ ਕੋਈ ਬਿਮਾਰੀ ਫੈਲੀ ਹੋਵੇ, ਉਹਦੇ ਕਰਕੇ ਲੋਕਾਂ ਨੂੰ ਰੋਕਿਆ ਜਾ ਸਕਦਾ। ਸੋ ਦੈਟ ਇਜ਼ ਸਟਿਲ ਇਨ ਇਫੈਕਟ। ਅਗਲੀ ਜਿਹੜੀ ਖਬਰ ਹੈ ਜੀ ਉਹ ਹੈਗੀ ਆ DHS ਨੇ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇੱਕ ICE ਨੂੰ ਮੈਮੋ ਜਾਰੀ ਕੀਤਾ ਨਵਾਂ, ਜਿਹੜਾ ਕਿ ਜਿਹੜੇ ਕੁਛ ਏਰੀਆਜ਼ ਜਿਹੜੇ ਕਿ ਪ੍ਰੋਟੈਕਟਡ ਏਰੀਆਜ਼ ਨੇ ਉਹਨਾਂ ਦੇ ਵਿੱਚ ਲੋਕਾਂ ਨੂੰ ਫੜਨ ਵਾਸਤੇ ਵਰਜਿਆ ਗਿਆ। ਉਹ ਕਹਿੰਦੇ ਨੇ ਵੀ ਇਹਨਾਂ ਏਰੀਆ ਦੇ ਵਿੱਚ ICE ਜਿਹੜੀ ਆ ਉਹ ਨਹੀਂ ਫੜ ਸਕਦੀ। In the latest memo, DHS Secretary emphasized that its purpose is to ensure that enforcement activity does not interfere with individuals' access to essential services or engagement in essential activities. It refers to locations where such activities occur as protected areas. So ਜਿਹੜੇ ਏਰੀਆਜ਼ ਵਿੱਚ ਆਉਂਦੇ ਨੇ ਉਹ ਹੈਗੇ ਨੇ ਸਕੂਲ ਅਤੇ ਅਦਰ ਪਲੇਸਿਸ ਵੇਅਰ ਚਿਲਡਰਨ ਕੌਨਗਰੀਗੇਟ। ਦੂਜੇ ਹੈਗੇ ਜੀ ਮੈਡੀਕਲ ਐਂਡ ਮੈਂਟਲ ਹੈਲਥ ਫੈਸਿਲਿਟੀਜ਼, ਜਿਵੇਂ ਹੌਸਪੀਟਲ ਹੋ ਗਏ ਅਤੇ ਡਾਕਟਰਾਂ ਦੇ ਆਫਿਸ ਹੋ ਗਏ। ਫਿਰ ਹੈਗੇ ਪਲੇਸਿਸ ਆਫ ਵਰਸ਼ਿਪ, ਗੁਰਦੁਆਰਾ ਸਾਹਿਬ ਹੋ ਗਏ, ਚਰਚ ਹੋ ਗਏ ਅਤੇ ਮੰਦਰ ਹੋ ਗਏ। ਫਿਰ ਕਮਿਊਨਿਟੀ ਸੈਂਟਰ ਜਿੱਥੇ ਲੋਕ ਇਕੱਠੇ ਹੁੰਦੇ ਆ। ਫਿਰ ਪਲੇਸਿਸ ਵੇਅਰ ਫਿਊਨਰਲਸ ਵੈਡਿੰਗਸ ਟੇਕਸ ਪਲੇਸ, ਜਿਵੇਂ ਕਿ ਮੈਰਿਜ ਪੈਲੇਸ ਹੋ ਗਏ ਜਾਂ ਫਿਊਨਰਲ ਹੋਮ ਹੋ ਗਏ। ਫਿਰ ਪਲੇਸਿਸ ਦੈਟ ਆਰ ਔਨ ਗੋਇੰਗ ਪਰੇਡ, ਜਿੱਥੇ ਪਰੇਡ ਵਗੈਰਾ ਹੁੰਦੀ, ਡਿਮੋਨਸਟ੍ਰੇਸ਼ਨ ਹੁੰਦੀ ਆ। ਇਹ ਡਿਮੋਨਸਟ੍ਰੇਸ਼ਨ ਜ਼ਿਆਦਾ
ਡਾਊਨਟਾਊਨਾਂ ਦੇ ਵਿੱਚ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਬਿਲਡਿੰਗਾਂ ਦੇ ਜਿਹੜੀਆਂ ਫੈਡਰਲ ਬਿਲਡਿੰਗਾਂ ਦੇ ਬਾਹਰ ਹੁੰਦੀ ਹੈ ਜਾਂ ਕੋਰਟਾਂ ਦੇ ਬਾਹਰ ਹੁੰਦੀ ਆ, ਉੱਥੇ ਵੀ ਬੰਦਿਆਂ ਨੂੰ ਫੜਿਆ ਨਹੀਂ ਜਾ ਸਕਦਾ। ਬੜੀ ਇੰਪੋਰਟੈਂਟ ਖਬਰ ਆ। ਸੋ ਇਹਦੇ ਨਾਲ ਕਾਫੀ ਲੋਕਾਂ ਨੂੰ ਜਿਹੜੀ ਹੈਗੀ ਆ ਉਹ ਰਿਲੀਫ ਡੀਪੋਰਟੇਸ਼ਨ ਤੋਂ ਮਿਲੇਗੀ, ਜੋ ਕਿ ਸਰਕਾਰ ਸਮੇਂ-ਸਮੇਂ ਸਿਰ ਡੀਪੋਰਟੇਸ਼ਨ ਤੋਂ ਰਿਲੀਫ ਦੇ ਰਹੀ ਆ। ਤੇ ਲੇਕਿਨ ਕੋਰਟਾਂ ਜਿਹੜੀਆਂ ਨੇ ਉਹ ਕਈ ਵਾਰੀ ਸਟੇ ਕਰਨ ਦੀਆਂ, ਪਰ ਆਪਣੇ ਵੱਲੋਂ ਇਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਜਿੰਨੀ ਵੀ ਸਟੇ ਜਿਹੜੀ ਹੈਗੀ ਆ ਉਹ ਦਿੱਤੀ ਜਾ ਸਕੇ। ਤੇ ਇਸ ਤੋਂ ਇਲਾਵਾ ਜਿਹੜੀ ਹੋਰ ਇੰਪੋਰਟੈਂਟ ਖਬਰ ਆ ਉਹ ਹੈਗੀ ਆ ਜਿਹੜਾ ਰਿਫਾਰਮ ਇਮੀਗ੍ਰੇਸ਼ਨ ਦਾ ਹੋ ਰਿਹਾ ਜੀ, ਉਹਦੇ ਬਾਰੇ। ਇਹਦੇ 'ਚ ਹੁਣ ਆਪਾਂ ਇਹਦੇ ਬਾਰੇ ਸਮੇਂ-ਸਮੇਂ 'ਤੇ ਜਾਣਕਾਰੀ ਦਿੰਦੇ ਹਾਂ। ਹੁਣ ਜਿਹੜਾ ਦੁਬਾਰਾ ਉਹ ਗੱਲ ਜਿਹੜੀ ਪੁਸ਼ ਹੋ ਰਹੀ ਹੈ ਬਹੁਤ ਸਟਰੋਂਗ ਤਰੀਕੇ ਦੇ ਨਾਲ ਕਿ ਜਿਹੜਾ ਬਿੱਲ ਹੁਣ ਸਪੈਂਡਿੰਗ ਬਿੱਲ, ਸੋਸ਼ਲ ਸਪੈਂਡਿੰਗ ਬਿੱਲ ਪਾਸ ਹੋਣ ਜਾ ਰਿਹਾ, ਤੇ ਉਹਦੇ ਵਿੱਚ ਉਹ ਕਹਿੰਦੇ ਆ ਕਿ ਇਮੀਗ੍ਰੇਸ਼ਨ ਦੀ ਪ੍ਰੋਵੀਜ਼ਨ ਪਾਈ ਜਾਵੇ। $100 ਬਿਲੀਅਨ ਇਮੀਗ੍ਰੇਸ਼ਨ ਲਈ ਰੱਖਿਆ ਗਿਆ, ਇਮੀਗ੍ਰੇਸ਼ਨ ਦੇ ਕਾਰਜਾਂ ਲਈ। ਤੇ ਉਹਦੇ ਵਿੱਚ ਇੱਕ ਚੀਜ਼ ਇਹ ਵੀ ਐਡ ਕੀਤੀ ਗਈ ਆ ਕਿ ਜਿਹੜੀ ਰਜਿਸਟਰੀ ਆ ਉਹਨੂੰ ਮੂਵ ਕਰਕੇ 1972 ਤੋਂ 2010 'ਤੇ ਕਰਤਾ ਜਾਵੇ। ਤੇ ਇੱਕ ਨਾਲ ਜਿਹੜੇ 2010 ਤੋਂ ਪਹਿਲਾਂ ਦੇ ਬੰਦੇ ਨੇ ਉਹਨਾਂ ਨੂੰ ਇੱਥੇ ਰਹਿਣ ਲਈ ਵਰਕ ਪਰਮਿਟ ਦਿੱਤੇ ਜਾਣ 5-5 ਸਾਲ ਦੇ, ਜਿਹੜੇ ਕਿ 5 ਸਾਲਾਂ ਬਾਅਦ ਫਿਰ ਰਿਨਿਊ ਹੋਣ। ਸੋ ਇਹ ਕੀ ਆ ਕਿ ਰਜਿਸਟਰੀ ਜਿਹੜੀ ਆ ਉਹ ਅਮਰੀਕਨ ਲਾ ਦੇ ਵਿੱਚ ਆ ਵੀ ਜਿਹੜੇ 1972 ਤੋਂ ਪਹਿਲਾਂ ਅਮਰੀਕਾ 'ਚ ਬੰਦੇ ਆਏ ਆ, ਰਹਿ ਰਹੇ ਆ, ਉਹ ਸ਼ੋਅ ਕਰਨ ਵੀ ਇੱਥੇ ਉਹ 72 ਤੋਂ ਪਹਿਲਾਂ ਦੇ ਰਹਿ ਰਹੇ ਆ, ਉਹ ਇੱਥੇ ਪੱਕੇ ਹੋ ਜਾਂਦੇ ਨੇ, ਗ੍ਰੀਨ ਕਾਰਡ ਲਈ ਅਪਲਾਈ ਕਰ ਸਕਦੇ ਆ। ਪਰ ਉਹਨੂੰ ਤਾਂ 50 ਸਾਲ ਹੋ ਗਏ ਹੁਣ 72 ਨੂੰ। ਇਹੋ ਜਿਹੇ ਬਹੁਤ ਘੱਟ ਬੰਦੇ ਹੋਣਗੇ ਜਿਹੜੇ ਇੰਨੀ ਦੇਰ ਤੋਂ ਇੱਥੇ ਕੱਚੇ ਹੀ ਰਹਿ ਰਹੇ ਆ। ਤੇ ਹੁਣ ਇਹਨਾਂ ਦੀ ਕੋਸ਼ਿਸ਼ ਹੈਗੀ ਵੀ ਉਹ ਡੇਟ ਨੂੰ ਮੂਵ ਕਰਕੇ 2010 'ਤੇ ਲੈ ਜਾਣ। ਉਹਦੇ ਨਾਲ ਜਿਹੜੇ ਡਾਕਾ ਵਾਲੇ ਬੱਚੇ ਨੇ, ਕਿਉਂਕਿ ਉਹ ਸਾਰੇ ਡਾਕਾਦਾਰ ਪ੍ਰੋਗਰਾਮ ਹੈ ਉਹ ਪ੍ਰੈਜ਼ੀਡੈਂਟ ਓਬਾਮਾ ਨੇ ਕੀਤਾ ਸੀ, ਤੇ ਉਹਦੇ ਵਿੱਚ ਜਿਹੜੇ ਬੱਚੇ ਆਉਂਦੇ ਆ ਉਹ ਸਾਰੇ ਕਵਰ ਹੋਣਗੇ, ਨਾਲੇ ਹੋਰ ਲੋਕ ਕਵਰ ਹੋਣਗੇ ਜਿਹੜੇ 10 ਤੋਂ ਪਹਿਲਾਂ ਦੇ ਰਹਿ ਰਹੇ ਆ, ਉਹਨਾਂ ਨੂੰ ਪੱਕੇ ਹੋਣ 'ਚ ਮਦਦ ਮਿਲੇਗੀ। ਉਹਦੇ ਨਾਲ ਉਹ ਕਹਿ ਰਹੇ ਆ ਵੀ ਜਿਹੜੇ ਬਾਕੀ ਦੇ ਉਹਨਾਂ ਨੂੰ 5-5 ਸਾਲ ਦੇ ਵਰਕ ਪਰਮਿਟ ਮਿਲਣ ਜਿਹੜੇ ਕਿ ਰਿਨਿਊ ਹੋਣ। ਸੋ ਇਹ ਹੁਣ ਕੋਸ਼ਿਸ਼ ਆ, ਦੇਖੋ ਹੁਣ ਆਉਂਦੇ ਦਿਨਾਂ ਦੇ ਵਿੱਚ ਕੀ ਇਹਦੇ 'ਚ ਹੁੰਦਾ, ਪਰ ਉਮੀਦ ਬੜੀ ਆ। ਇਹਦੇ ਸਿਲਸਿਲੇ ਦੇ ਵਿੱਚ ਮੈਂ 2 ਅਮਰੀਕਨ ਸੈਨੇਟਰਾਂ ਨੂੰ ਇੱਥੇ ਮਿਲਿਆ। ਪਹਿਲੇ ਸੈਨੇਟਰ ਹੈਗੇ ਆ ਐਲੈਕਸ ਪਡੀਆ, ਜਿਹੜੇ ਕਿ ਕੈਲੀਫੋਰਨੀਆ ਤੋਂ ਸੈਨੇਟਰ ਨੇ, ਤੇ ਉਹ ਜਿਹੜੇ ਜੁਡੀਸ਼ਰੀ ਕਮੇਟੀ ਦੇ ਮੈਂਬਰ ਨੇ। ਨਾਲ ਦੀ ਨਾਲ ਉਹ ਹਾਊਸ ਦੀ ਜਿਹੜੀ ਸੈਨੇਟ ਦੀ ਇਮੀਗ੍ਰੇਸ਼ਨ ਕਮੇਟੀ ਆ ਉਹਦੇ ਚੇਅਰਮੈਨ ਨੇ, ਜਿਹੜੇ ਕਿ ਲਾ ਬਣਾਉਂਦੇ ਇਮੀਗ੍ਰੇਸ਼ਨ ਦੇ। ਤੇ ਉਹਦੇ ਨਾਲ ਸੈਨੇਟਰ ਕੋਰੀ ਬੁੱਕਰ ਨਿਊ ਜਰਸੀ ਦੇ, ਉਹ ਵੀ ਇਮੀਗ੍ਰੇਸ਼ਨ ਕਮੇਟੀ ਦੇ ਮੈਂਬਰ ਨੇ, ਤੇ ਹਾਊਸ ਜਿਹੜੀ ਜੁਡੀਸ਼ਰੀ ਕਮੇਟੀ ਕਾਨੂੰਨ ਬਣਾਉਂਦੀ ਉਹਦੇ ਮੈਂਬਰ ਨੇ। ਇਹ ਦੋਨੇ ਜਿਹੜੇ ਲੀਡਰ ਨੇ ਇਹ ਜਿਹੜਾ ਇਮੀਗ੍ਰੇਸ਼ਨ ਦਾ ਕਾਨੂੰਨ ਰਿਫਾਰਮ ਹੋ ਰਿਹਾ ਇਹ ਕਰਨ ਦੇ ਵਿੱਚ ਬਹੁਤ ਸਰਗਰਮ ਨੇ, ਤੇ ਇਹਦੀ ਕੋਸ਼ਿਸ਼ ਕਰ ਰਹੇ ਆ ਹੋ ਜਾਵੇ। ਉਹਨਾਂ ਨਾਲ ਮੇਰੀ ਗੱਲਬਾਤ ਹੋਈ ਹੈ। ਮੈਂ 3 ਪੁਆਇੰਟਸ 'ਤੇ ਉਹਨਾਂ ਨਾਲ ਗੱਲ ਕੀਤੀ ਆ। ਪਹਿਲਾ ਪੁਆਇੰਟ ਕਿ ਇਹ ਜਿਹੜਾ ਅਸੈਲਮ ਦੇ ਕੇਸ ਨੇ, ਉਹਨਾਂ ਦੇ ਜਿਹੜੇ ਵਰਕ ਪਰਮਿਟ ਨੇ ਉਹਨਾਂ ਨੂੰ 10 ਮਹੀਨੇ ਲੱਗ ਰਹੇ ਰਿਨਿਊ ਹੋਣ ਲਈ। ਸੋ ਇਹ ਮੈਂ ਉਹਨਾਂ ਨੂੰ ਕਿਹਾ ਵੀ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ, ਕਈਆਂ ਦੇ ਵਿਚਾਰਾਂ ਦੇ ਜਿਹੜੇ ਹੈਗੇ ਲਾਇਸੈਂਸ ਐਕਸਪਾਇਰ ਹੋ ਜਾਂਦੇ ਆ, ਸੋ ਇਹ ਟਾਈਮ ਘੱਟ ਲੱਗਣਾ ਚਾਹੀਦਾ। ਤੇ ਉਹਨਾਂ ਨੇ ਕਿਹਾ ਵੀ ਸਾਨੂੰ ਤੁਸੀਂ ਇਹਦੇ ਬਾਰੇ ਲਿਖ ਕੇ ਦਿਓ, ਅਸੀਂ ਅੱਗੇ ਹੋਮਲੈਂਡ ਸਿਕਿਉਰਿਟੀ ਨਾਲ ਗੱਲ ਕਰਾਂਗੇ। ਦੂਜਾ ਮੈਂ ਉਹਨਾਂ ਨੂੰ ਕਿਹਾ ਵੀ ਜਿਹੜੀ ਐਮਬੈਸੀ ਆ ਖਾਸ ਕਰਕੇ ਇੰਡੀਆ ਵਿੱਚ ਇਮੀਗ੍ਰੈਂਟ ਵੀਜ਼ੇ ਲਈ ਜਿਹੜੀ ਮੁੰਬਈ 'ਚ ਇੰਟਰਵਿਊ ਹੁੰਦੀ ਉੱਥੇ ਨਾ ਹੋਵੇ, ਦਿੱਲੀ ਹੋਣੀ ਚਾਹੀਦੀ ਆ। ਤੇ ਉਹਦੇ ਬਾਰੇ ਵੀ ਉਹਨਾਂ ਨੇ ਕਿਹਾ ਵੀ ਸਾਨੂੰ ਅਸੀਂ ਸਟੇਟ ਡਿਪਾਰਟਮੈਂਟ ਨਾਲ ਗੱਲ ਕਰਾਂਗੇ, ਉਹ ਮੈਂ ਲਿਖ ਕੇ ਦੇਤਾ ਉਹਨਾਂ ਨੂੰ ਆਲਰੇਡੀ। ਤੀਸਰਾ ਰਿਫਾਰਮ ਬਾਰੇ ਗੱਲ ਹੋਈ, ਤੇ ਇਹਦੇ ਬਾਰੇ ਮੈਂ ਉਹਨਾਂ ਨੂੰ ਕਿਹਾ ਵੀ ਕਾਫੀ ਬੈਕਲੌਗ ਚੱਲ ਰਿਹਾ ਇਹਨਾਂ ਕੈਟਾਗਰੀਜ਼ ਦਾ, ਉਹਦੇ ਨਾਲ ਜਿਹੜਾ ਇੱਥੇ ਬੰਦੇ ਕੱਚੇ ਨੂੰ ਪੱਕੇ ਕਰਨ ਬਾਰੇ ਕੁਝ ਕਰੋ। ਉਹ ਕਹਿੰਦੇ ਅਸੀਂ ਕਰ ਰਹੇ ਹਾਂ, ਸਾਨੂੰ ਉਮੀਦ ਆ ਵੀ ਹੋਏਗਾ, ਸਾਡੇ ਕੋਲ ਇਹੀ ਚਾਂਸ ਆ, ਕਿਉਂਕਿ ਸੈਨੇਟ ਦੇ ਵਿੱਚ 60 ਵੋਟਾਂ ਸਾਨੂੰ ਮਿਲਣੀਆਂ ਨਹੀਂ, ਤੇ ਰੀਕਨਸੀਲੇਸ਼ਨ ਦੇ ਵਿੱਚ ਅਸੀਂ ਜਿਹੜੀਆਂ 51 ਵੋਟਾਂ ਨਾਲ ਪਾਸ ਕਰ ਸਕਦੇ ਹਾਂ, ਤਾਂ ਉਹ 'ਚ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਹੋਪਫੁਲ ਸੀ ਹੋ ਜਾਏਗਾ। ਤੇ ਬੜੀਆਂ ਅੱਛੀਆਂ ਮੀਟਿੰਗਾਂ ਰਹੀਆਂ। ਡਾਕਟਰ ਆਸਿਮ ਮਹਿਮੂਦ ਨੇ LA ਦੇ, ਉਹਨਾਂ ਦੇ ਘਰ ਹੋਈਆਂ, ਤੇ ਉਹਨਾਂ ਨੇ ਬੜੀ ਹੈਲਪ ਕੀਤੀ ਇਹਦੇ ਵਿੱਚ ਮੀਟਿੰਗ ਕਰਾਉਣ ਲਈ। ਉਹਨਾਂ ਦੇ ਬੜੇ ਅਸੀਂ ਧੰਨਵਾਦੀ ਹਾਂ। ਤੇ ਇਹਦੇ ਨਾਲ ਜਿਹੜੀ ਹੁਣ ਅੱਗੇ ਦੇਖਦੇ ਹਾਂ ਕਿ ਕੀ ਇਹਨਾਂ ਗੱਲਾਂ 'ਤੇ ਐਕਸ਼ਨ ਹੁੰਦਾ। ਮੈਂ ਇਹਨੂੰ ਫੋਲੋ ਅਪ ਕਰਾਂਗਾ ਤੇ ਸਮੇਂ-ਸਮੇਂ ਦੌਰਾਨ ਤੁਹਾਨੂੰ ਦੱਸਦੇ ਰਹਾਂਗੇ ਕਿ ਇਹਨਾਂ 'ਚ ਕੀ ਕਾਰਵਾਈ ਹੋਈ ਹੈ। ਇਹਦੇ ਨਾਲ ਜਿਹੜੀ ਅਗਲੀ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਆ ਕਿ ਇੱਕ BIA ਦਾ ਡਿਸੀਜਨ ਆਇਆ, ਜਿਹੜਾ ਹੈ ਥੋੜ੍ਹਾ ਜਿਹਾ ਟੈਕਨੀਕਲ, ਪਰ ਤੁਹਾਨੂੰ ਦੱਸ ਦਿੰਦਾ ਕੀ ਆ। ਕਿ BIA ਕਹਿ ਰਹੀ ਹੈ ਕਿ ਨੋਟਿਸ ਟੂ ਅਪੀਅਰ ਡਜ਼ ਨਾਟ ਸਪੈਸੀਫਾਈ ਦ ਟਾਈਮ ਔਰ ਪਲੇਸ ਆਫ ਰਿਸਪੋਂਡੈਂਟਸ ਇਨੀਸ਼ੀਅਲ ਰਿਮੂਵਲ ਹੀਅਰਿੰਗ, ਡਜ਼ ਨਾਟ ਐਂਡ ਦ ਅਕਰੂਅਲ ਆਫ ਫਿਜ਼ੀਕਲ ਪ੍ਰੈਜ਼ੈਂਸ ਫॉर ਪਰਪਸਿਸ ਆਫ ਵੋਲੰਟਰੀ ਡਿਪਾਰਚਰ at the conclusion of removal proceedings under section 240BB of the Immigration and Nationality Act, even if the respondent is later served with a notice of hearing specifying this information। ਕੇਸ ਦਾ ਨਾਂ ਹੈਗਾ ਜੀ ਮੈਟਰ ਆਫ MFO ਰਿਸਪੋਂਡੈਂਟ, ਡਿਸਾਈਡ ਹੋਇਆ November 4, 2021। ਤੋ ਇਹਦੇ ਵਿੱਚ ਬੇਸਿਕਲੀ ਜਿਹੜੀ ਬੋਰਡ ਆਫ ਇਮੀਗ੍ਰੇਸ਼ਨ ਕਹਿ ਰਹੀ ਹੈ ਕਿ ਜੇ ਕਿਸੇ ਦਾ ਕੇਸ ਕੋਰਟ 'ਚ ਭੇਜਿਆ ਜਾਂਦਾ ਤਾਂ ਉਹਨੂੰ ਅਸੀਂ ਕਹਿੰਦੇ ਹਾਂ ਰਿਮੂਵਲ ਪ੍ਰੋਸੀਡਿੰਗ 'ਚ ਪਾਇਆ ਜਾਂਦਾ, ਤੇ ਉਹਨੂੰ ਜਿਹੜਾ ਪਹਿਲਾ ਲੈਟਰ ਇਸ਼ੂ ਹੁੰਦਾ ਉਹਨੂੰ ਕਹਿੰਦੇ NTA, ਨੋਟਿਸ ਟੂ ਅਪੀਅਰ। ਤੇ ਉਹ ਲੈਟਰ ਦੇ ਵਿੱਚ ਟਾਈਮ ਤੇ ਜਿਹੜੀ ਹੈਗੀ ਡੇਟ ਆਫ ਦਾ ਹੀਅਰਿੰਗ ਹੋਣੀ ਚਾਹੀਦੀ। ਜੇ ਨਹੀਂ ਸਪੈਸੀਫਾਈ ਕੀਤੀ ਤਾਂ ਉਹ ਡੈਫੀਸ਼ੀਐਂਟ ਆ, ਤਾਂ ਉੱਥੇ ਉਹ ਬੰਦੇ ਦਾ ਜਿਹੜਾ ਟਾਈਮ ਹੈਗਾ
ਜਿਹੜਾ ਸਟੇ ਦਾ ਟਾਈਮ ਹੈ ਉਹ ਉੱਥੇ ਖਤਮ ਨਹੀਂ ਹੁੰਦਾ, ਉਹ ਚੱਲਦਾ ਰਹਿੰਦਾ। ਇਹ ਜਿਨ੍ਹਾਂ ਬੰਦਿਆਂ ਨੇ ਵਾਰੰਟੀ ਡਿਪਾਰਚਰ ਲੈਣਾ ਜਾਂ ਜਿਨ੍ਹਾਂ ਨੇ ਕੈਂਸਲੇਸ਼ਨ ਆਫ ਰਿਮੂਵਲ ਦੇ ਕੇਸ ਕਰਨੇ ਆ ਉਹਨਾਂ 'ਤੇ ਇਫੈਕਟ ਪੈਂਦਾ, ਕਿਉਂਕਿ ਉਹ 'ਚ ਇਹ ਦੇਖਣਾ ਪੈਂਦਾ ਵੀ ਕਿੰਨੀ ਸਟੇ ਆ ਅਮਰੀਕਾ 'ਚ ਬੰਦੇ ਦੀ। ਸੋ ਅਸੀਂ ਪਿੱਛੇ ਜੇ ਇੱਕ ਪਿਛਲੇ ਹਫ਼ਤੇ ਬੰਦਾ ਜੇਲ੍ਹ 'ਚੋਂ ਛੁਡਾਇਆ ਟੈਕਸਸ ਤੋਂ, ਉਹਦਾ ਕੇਸ ਇੱਦਾਂ ਹੀ ਸੀਗਾ ਕਿ ਗ੍ਰੀਨ ਕਾਰਡ ਹੋਲਡਰ ਸੀ, ਕ੍ਰਿਮੀਨਲ ਕੇਸ ਬਣ ਗਿਆ, ਉਹਨਾਂ ਨੇ ਇਮੀਗ੍ਰੇਸ਼ਨ ਨੂੰ ਦੇਤਾ ਜਦੋਂ ਨੇ ਸਜ਼ਾ ਕੱਟੀ ਕ੍ਰਿਮੀਨਲ, ਅਤੇ ਉੱਥੇ ਸੀਗਾ ਵੀ ਜਿਹਨੂੰ 5 ਸਾਲ ਹੋ ਗਏ ਹੁਣ ਗ੍ਰੀਨ ਕਾਰਡ ਦੇ ਕੈਂਸਲੇਸ਼ਨ ਲਈ ਅਪਲਾਈ ਉਹ ਕਰ ਸਕਦਾ। ਉਹਨੂੰ ਵੀ ਇੱਦਾਂ ਹੀ NTA ਇਸ਼ੂ ਹੋਇਆ, ਪਰ NTA ਡੈਫੀਸ਼ੈਂਟ ਸੀ, ਉਹਦੇ ਵਿੱਚ ਕਮੀਆਂ ਸੀਗੀਆਂ। ਅਸੀਂ ਉਹ 'ਤੇ ਆਬਜੈਕਟ ਕੀਤਾ, ਉਹਨਾਂ ਨੇ NTA ਵਾਪਸ ਲੈ ਲਿਆ, ਜਿਹਦੇ ਕਰਕੇ ਉਹਨੂੰ ਰਿਲੀਜ਼ ਕਰਤਾ। ਉਹਦਾ 5 ਸਾਲ ਤੋਂ ਉੱਤੇ ਟਾਈਮ ਪੀਰੀਅਡ ਜਿਹੜਾ ਪੂਰਾ ਹੋ ਗਿਆ। ਸੋ ਇਹ ਬੜਾ ਇੰਪੋਰਟੈਂਟ ਡਿਸੀਜਨ ਆ। ਇਹਦੇ ਨਾਲ ਜਿਹੜੇ ਬੰਦਿਆਂ ਦੇ ਖਾਸ ਕਰਕੇ ਕੈਂਸਲੇਸ਼ਨ ਜਾਂ ਜਿਹੜੇ ਵਾਲੰਟਰੀ ਡਿਪਾਰਚਰ ਦੇ ਕੇਸ ਨੇ ਉਹਨਾਂ 'ਤੇ ਫਰਕ ਪਏਗਾ। ਥੋੜ੍ਹਾ ਟੈਕਨੀਕਲ ਆ, ਪਰ ਜਿਨ੍ਹਾਂ ਦੇ ਕੇਸ ਕੋਰਟਾਂ ਚੱਲਦੇ ਨੇ ਉਹਨਾਂ ਲਈ ਬੜਾ ਫਾਇਦੇਮੰਦ ਆ। ਇਹਦੇ ਨਾਲ ਹੀ ਖਬਰ ਜਿਹੜੀ ਅਗਲੀ ਅਸੈਲਮ ਦੇ ਕੇਸਾਂ ਲਈ ਆ ਜੀ, ਕਿ ਜਿਹੜੇ ਪੋਲੀਟੀਕਲ ਅਸੈਲਮ ਦੇ ਕੇਸ ਪਾਸ ਹੋ ਰਹੇ ਨੇ। 4 ਕੇਸ ਸਾਡੇ ਪਿਛਲੇ ਹਫ਼ਤੇ ਪਾਸ ਹੋਏ ਆ, ਇੱਕ ਸ਼ਿਕਾਗੋ, 2 ਨਿਊਯਾਰਕ ਅਤੇ ਇੱਕ ਸੈਨ ਫਰਾਂਸਿਸਕੋ ਕੈਲੀਫੋਰਨੀਆ। ਅਤੇ ਇਸ ਕਰਕੇ ਅਸੈਲਮ ਦੇ ਕੇਸਾਂ ਦੇ ਵਿੱਚ ਜਿਹੜੀ ਖਾਸ ਕਰਕੇ ਕੋਰਟਾਂ ਦੇ ਵਿੱਚ ਹੈਗੇ ਉਹ 'ਚ ਕਾਫੀ ਰਿਜ਼ਲਟ ਹੈਗਾ, ਅਤੇ ਪ੍ਰਮਾਤਮਾ ਦੀ ਕਿਰਪਾ ਨਾਲ 90% ਤੋਂ ਉੱਪਰ ਕੇਸ ਜਿਹੜੇ ਆ ਉਹ ਪਾਸ ਹੋ ਰਹੇ ਆ। ਸੋ ਇਹ ਸੀਗੀਆਂ ਤੁਹਾਡੀਆਂ ਜਿਹੜੀਆਂ ਇੰਪੋਰਟੈਂਟ ਖਬਰਾਂ ਆ ਵੀਕ ਦੀਆਂ। ਅਤੇ ਹੁਣ ਆਪਾਂ ਜਿਹੜੇ ਤੁਹਾਡੇ ਸਵਾਲਾਂ ਦੇ ਜਵਾਬ ਆ ਉਹ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਅਤੇ ਪਹਿਲਾ ਜਿਹੜਾ ਸਵਾਲ ਆ ਉਹ ਇਹ ਆ ਕਿ ਉਹ ਇਹ ਕਹਿ ਰਹੇ ਆ ਕਿ ਮੈਂ ਗ੍ਰੀਨ ਕਾਰਡ ਹੋਲਡਰ ਹਾਂ ਅਤੇ ਮੈਂ ਆਪਣੀ ਬੇਟੀ ਅਤੇ ਫੈਮਿਲੀ ਲਈ ਅਪਲਾਈ ਕੀਤਾ ਸੀ 2018 'ਚ, ਅਤੇ ਅਜੇ ਤੱਕ ਮੇਰਾ ਜਿਹੜਾ ਹੈਗਾ ਉਹ ਨੰਬਰ ਨਹੀਂ ਆਇਆ। ਹੁਣ ਇਹ ਦੇਖਣ ਵਾਲੀ ਗੱਲ ਆ ਜੀ ਤੁਹਾਡੇ ਬੱਚਿਆਂ ਦੀ ਉਮਰ ਕਿੰਨੀ ਆ। ਜਿਹਦਾ ਤੁਸੀਂ 21 ਸਾਲ ਤੋਂ ਉੱਪਰ ਬੱਚਿਆਂ ਦੀ ਉਮਰ ਦਾ ਕੀਤਾ ਫਿਰ 2015 ਚੱਲ ਰਿਹਾ, ਅਤੇ ਜੇ ਤੁਸੀਂ 21 ਤੋਂ ਘੱਟ ਕੀਤਾ ਫਿਰ ਤੁਹਾਡੀ ਵਾਰੀ ਆਉਣੀ ਚਾਹੀਦੀ। ਪਰ ਬਾਕੀ ਬਹੁਤ ਸਲੋਅ ਆ। ਮੈਂ ਦੱਸ ਕੇ ਹਟਿਆ ਵੀਜ਼ਾ ਬੁਲਟਨ ਜਿਹੜਾ ਹੈਗਾ ਡੇਟਾ ਨਹੀਂ ਆ ਰਹੀਆਂ, ਵਿਆਹ ਵਾਲੇ ਕੇਸਾਂ ਦੀਆਂ ਵੀ ਨਹੀਂ ਆ ਰਹੀਆਂ, ਦੂਜਿਆਂ ਦੀਆਂ ਵੀ ਨਹੀਂ ਆ ਰਹੀਆਂ। ਸੋ ਇਸ ਕਰਕੇ ਇਹਨੂੰ ਟਾਈਮ ਲੱਗ ਰਿਹਾ। ਅਗਲਾ ਸਵਾਲ ਹੈ ਜੀ ਕਿ ਮੈਂ US ਸਿਟੀਜ਼ਨ ਹਾਂ, ਮੈਂ ਆਪਣੇ ਪੇਰੈਂਟ ਦਾ ਅਪਲਾਈ ਕੀਤਾ, ਡਾਕੂਮੈਂਟ ਮਾਰਚ 20 ਐਕਸੈਪਟ ਹੋਏ, ਤੱਕ ਇੰਟਰਵਿਊ ਨਹੀਂ ਆਈ। ਇਹੀ ਆ ਜੀ, ਕਾਫੀ ਜ਼ਿਆਦਾ ਡਿਲੇ ਹੈਗੀ ਆ, ਟਾਈਮ ਲੱਗ ਰਿਹਾ। ਸੋ ਤੁਸੀਂ ਇਹਦੇ ਬਾਰੇ ਜਿਹੜੀ ਵੇਟ ਕਰੋ ਜਾਂ ਇਨਕੁਆਇਰੀ ਕਰ ਸਕਦੇ ਹੋ, ਪਰ ਟਾਈਮ ਜ਼ਰੂਰ ਲੱਗ ਰਿਹਾ। ਅਗਲਾ ਸਵਾਲ ਹੈ ਜੀ ਕਿ ਅਮਰੀਕਾ ਦੇ ਵਿੱਚ ਜਿਹੜੇ ਬਾਰਡਰ ਕ੍ਰੋਸ ਕਰਕੇ ਬੰਦੇ ਆਉਂਦੇ ਆ ਉਹਨਾਂ ਨੂੰ ਹੁਣ ਕਿੱਦਾਂ ਇੱਥੇ ਟਰੀਟ ਕੀਤਾ ਜਾਂਦਾ। ਦੇਖੋ ਇਸ ਤਰ੍ਹਾਂ ਕਿ ਪਹਿਲੀ ਗੱਲ ਤਾਂ ਮੈਂ ਜਿਹੜੇ ਬੰਦੇ ਬਾਰਡਰ ਕ੍ਰੋਸ ਕਰਕੇ ਆਉਂਦੇ ਇਸ ਤਰੀਕੇ ਦੇ ਹੱਕ 'ਚ ਨਹੀਂ ਹੈਗਾ। ਇਹ ਤਰੀਕਾ ਗੈਰ ਕਾਨੂੰਨੀ ਹੈ, ਗਲਤ ਹੈ, ਇੱਦਾਂ ਨਹੀਂ ਆਉਣਾ ਚਾਹੀਦਾ। ਕਿਉਂਕਿ ਇੱਕ ਤਾਂ ਤੁਹਾਡੀ ਆਪਣੀ ਜਾਨ ਨੂੰ ਵੀ ਖਤਰਾ ਹੋ ਸਕਦਾ, ਦੂਜਾ ਕੋਈ ਗਰੰਟੀ ਨਹੀਂ ਕਿ ਐਂਟਰੀ ਮਿਲੇ ਨਾ ਮਿਲੇ। ਸੋ ਇਸ ਕਰਕੇ ਤਰੀਕਾ ਸਹੀ ਨਹੀਂ। ਪਰ ਜਿਹੜੇ ਆਉਂਦੇ ਆ ਉਹਦੇ 'ਚ ਰੂਲ ਇਹ ਆ ਵੀ ਜਿਹੜੇ ਬੰਦੇ ਆਪਣੇ ਬੱਚਿਆਂ ਨਾਲ ਆਉਂਦੇ ਆ ਉਹਨਾਂ ਨੂੰ ਇੱਥੇ 72 ਘੰਟੇ ਦੇ ਵਿੱਚ ਐਂਟਰੀ ਮਿਲ ਜਾਂਦੀ। ਜਿਹੜੇ 18 ਸਾਲ ਤੋਂ ਘੱਟ ਆਉਂਦੇ ਆ ਉਹਨਾਂ ਨੂੰ ਵੀ 72 ਘੰਟੇ 'ਚ ਐਂਟਰੀ ਮਿਲ ਜਾਂਦੀ ਹੈ। ਅਤੇ ਜਿਹੜੇ ਓਵਰ 18 ਨੇ ਉਹਨਾਂ ਦੀ ਜਿਹੜੀ ਕ੍ਰੈਡੀਬਲ ਫੀਅਰ ਇੰਟਰਵਿਊ ਹੁੰਦੀ ਹੈ, ਜੇ ਕ੍ਰੈਡੀਬਲ ਫੀਅਰ ਇੰਟਰਵਿਊ 'ਚ ਪਾਸ ਹੋ ਜਾਣ ਤਾਂ ਫਿਰ ਇੱਥੇ ਉਹਨਾਂ ਨੂੰ ਰਹਿਣ ਦੀ ਜਿਹੜੀ ਪਰਮਿਸ਼ਨ ਆ ਉਹ ਆਪਣਾ ਅਸਾਈਲਮ ਅਪਲਾਈ ਕਰ ਸਕਦੇ ਆ, ਬੌਂਡ ਵਗੈਰਾ ਹੋ ਜਾਂਦਾ, ਬਾਹਰ ਆ ਕੇ ਕੇਸ ਲੜ ਸਕਦੇ ਆ। ਪਰ ਜੇ ਉੱਥੇ ਫੇਲ ਹੋ ਜਾਣ ਤਾਂ ਇਮੀਗ੍ਰੇਸ਼ਨ ਜੱਜ ਅੱਗੇ ਇੰਟਰਵਿਊ ਹੁੰਦੀ ਆ, ਜੇ ਉੱਥੇ ਵੀ ਫੇਲ ਹੋ ਜਾਣ ਤਾਂ ਫਿਰ ਡਿਪੋਰਟ ਕੀਤਾ ਜਾਂਦਾ। ਅਗਲਾ ਸਵਾਲ ਹੈ ਜੀ ਕਿ F2B ਦੇ ਡਾਕੂਮੈਂਟ ਕੁਆਲੀਫਾਈ ਹੋ ਗਏ ਸੀ 2020 ਦੇ, ਅਤੇ ਇੰਟਰਵਿਊ ਕਦੋਂ ਆਏਗੀ। F2B ਨੂੰ ਕਾਫੀ ਟਾਈਮ ਲੱਗ ਰਿਹਾ ਜੀ। ਜਿਹੜੀ ਇਹ ਕੈਟਾਗਰੀ ਹੈਗੀ ਆ F2B ਦੀ, ਇਹਨੂੰ ਤੁਸੀਂ ਦੇਖੋ ਵੀ ਅਜੇ 2015 ਚੱਲ ਰਿਹਾ ਉੱਥੇ। ਸੋ ਜੇ ਡਾਕੂਮੈਂਟ ਕੁਆਲੀਫਾਈ ਵੀ ਹੋ ਗਏ ਤਾਂ ਵੀ ਅਜੇ ਤੱਕ ਇੰਟਰਵਿਊ ਜਿਹੜੀ ਆ ਉਹ ਨਹੀਂ ਆ ਰਹੀ, ਤੁਹਾਨੂੰ ਵੇਟ ਹੀ ਕਰਨੀ ਪੈਣੀ ਆ। ਇੰਟਰਵਿਊਆਂ ਦਾ ਕਾਫੀ ਜ਼ਿਆਦਾ ਬੈਕਲੌਗ ਆ। ਅਗਲਾ ਸਵਾਲ ਹੈ ਜੀ ਕਿ ਮੇਰਾ ਕੇਸ ਨਿਊ ਅਰਲੀਨ 'ਚ ਲੱਗਾ ਸੀ ਅਸਾਈਲਮ 19 ਵਿੱਚ, ਅਤੇ ਮਾਸਟਰ ਹੀਅਰਿੰਗ ਵਿੱਚ ਮੇਰਾ ਕਲੌਕ ਬੰਦ ਹੋ ਗਿਆ, ਅਤੇ ਹੁਣ ਮੈਂ ਕੀ ਕਰਾਂ। ਇਹ ਦੇਖੋ ਜੀ, ਜਿਹੜਾ ਕਲੌਕ ਬੰਦ ਹੋ ਗਿਆ ਇੱਦਾਂ ਨਹੀਂ ਖੁੱਲ੍ਹ ਸਕਦਾ। ਤੁਸੀਂ ਐਪਲੀਕੇਸ਼ਨ ਦੇ ਸਕਦੇ ਹੋ ਕੋਰਟ ਨੂੰ, ਜਾਂ ਫਿਰ ਕਈ ਵਾਰੀ ਚੇਂਜ ਵੈਨਿਊ ਕਰਾ ਕੇ ਵੀ ਖੁੱਲ੍ਹ ਜਾਂਦਾ, ਪਰ ਇੱਕ ਵਾਰੀ ਬੰਦ ਹੋਇਆ ਖੁੱਲ੍ਹਣਾ ਬੜਾ ਔਖਾ ਮੁਸ਼ਕਿਲ ਹੈ। ਟਰਾਈ ਕਰ ਸਕਦੇ ਹੋ ਪਰ ਕੁਛ ਸ਼ੋਰ ਨਹੀਂ। ਅਗਲਾ ਸਵਾਲ ਹੈ ਜੀ ਕਿ F2A ਕੈਟਾਗਰੀ ਦੇ ਵਿੱਚ ਕੇਸ ਅਪਲਾਈ ਕੀਤਾ, ਕਾਫੀ ਬੈਕਲੌਗ ਆ। ਹਾਂਜੀ, ਕਾਫੀ ਬੈਕਲੌਗ ਆ। F2A ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਦੀ ਕੈਟਾਗਰੀ ਆ, ਅਤੇ ਇਹਦੇ ਵਿੱਚ ਵੀ ਹੁਣ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਨੂੰ ਅਪਰੂਵਲ ਨਹੀਂ ਆ ਰਹੀ, ਜਿਨ੍ਹਾਂ ਦੀ ਅਪਰੂਵਲ ਆ ਗਈ ਉਹਨਾਂ ਨੂੰ ਇੰਟਰਵਿਊ ਨਹੀਂ ਆ ਰਹੀ। ਕਾਫੀ ਜ਼ਿਆਦਾ ਡਿਲੇ ਆ। ਹੋਰ ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ NVC ਪ੍ਰੋਸੈਸਿੰਗ ਦਾ ਇਹ ਮਹੀਨੇ ਦੱਸੋ। ਮੈਂ ਦੱਸ ਕੇ ਹਟਿਆ ਜੀ ਕਿ ਜਿਹੜੀ NVC ਪ੍ਰੋਸੈਸਿੰਗ ਨਵੰਬਰ ਦਾ ਬੁਲੇਟਿਨ ਆ ਗਿਆ, ਪਰ ਇਹਦੇ ਵਿੱਚ ਜਿਹੜੀ F4 ਕੈਟਾਗਰੀ ਆ ਉੱਥੇ ਚੱਲ ਰਿਹਾ 15 ਸਤੰਬਰ 2005, F3 'ਚ 22 ਨਵੰਬਰ 2008, F2B 'ਚ ਹੈ ਜੀ 22 ਸਤੰਬਰ 2015, F2A ਕਰੰਟ ਹੈ, ਅਤੇ F1 ਜਿਹੜੀ ਆ 1 ਦਸੰਬਰ 2014। ਪਰ ਜਿਹੜੀ F2A ਕਰੰਟ ਵੀ ਇਹਦਾ ਮਤਲਬ ਇਹ ਨਹੀਂ ਵੀ ਇੰਟਰਵਿਊ ਆ ਰਹੀਆਂ, ਉਹਨਾਂ ਦੀ ਇੰਟਰਵਿਊ ਉਹਨਾਂ ਦੀਆਂ ਵੀ ਨਹੀਂ ਆ ਰਹੀਆਂ, ਕਾਫੀ ਡਿਲੇ ਆ।
ਅਗਲਾ ਸਵਾਲ ਹੈ ਜੀ ਕਿ ਸਟੂਡੈਂਟ ਵੀਜ਼ੇ ਵਾਲਾ ਨੂੰ ਜਿਹੜੀ ਕ੍ਰੈਡੀਬਲ ਫੀਅਰ ਇੰਟਰਵਿਊ ਦੇਣੀ ਪੈਂਦੀ ਹੈ, ਅਸਾਈਲਮ ਫਾਈਲ ਕਰਦਾ ਨਹੀਂ ਜੀ। ਜਿਹੜੀ ਕ੍ਰੈਡੀਬਲ ਫੀਅਰ ਇੰਟਰਵਿਊ ਹੈ ਸਿਰਫ ਉਹਨਾਂ ਦੀ ਹੁੰਦੀ ਹੈ ਜਿਹੜੇ ਬਾਰਡਰ ਕ੍ਰੋਸ ਕਰਕੇ ਆਉਂਦੇ ਫੜੇ ਜਾਂਦੇ ਆ। ਜਿਹੜੇ ਬੰਦੇ ਵਿਜ਼ਟਰ ਵੀਜ਼ੇ 'ਤੇ ਆਉਂਦੇ ਆ, ਸਟੂਡੈਂਟ 'ਤੇ ਆਉਂਦੇ ਆ, ਜਾਂ ਇੱਥੋਂ ਜਿਨ੍ਹਾਂ ਦੀ ਐਂਟਰੀ ਇਲੀਗਲ ਹੁੰਦੀ ਫੜੇ ਨਹੀਂ ਜਾਂਦੇ, ਉਹਨਾਂ ਨੂੰ ਕੋਈ ਕ੍ਰੈਡੀਬਲ ਫੀਅਰ ਇੰਟਰਵਿਊ ਜਿਹੜੀ ਆ ਉਹ ਨਹੀਂ ਦੇਣੀ ਪੈਂਦੀ। ਉਹਨਾਂ ਦੀ ਇੰਟਰਵਿਊ ਜ਼ਰੂਰ ਹੁੰਦੀ ਹੈ ਅਸਾਈਲਮ ਆਫਿਸ, ਪਰ ਆਹ ਜਿਹੜੀ ਕ੍ਰੈਡੀਬਲ ਫੀਅਰ ਹੈ ਇਹ ਨਹੀਂ ਹੁੰਦੀ। ਅਗਲਾ ਸਵਾਲ ਹੈ ਜੀ ਕਿ F2A ਕੈਟੇਗਰੀ 'ਚ 5 ਦਸੰਬਰ 2021 ਦਾ ਅਪਲਾਈ ਕੀਤਾ, ਕੋਈ ਆਈਡੀਆ ਕਿੰਨਾ ਟਾਈਮ ਲੱਗੇਗਾ। F2A ਕੈਟੇਗਰੀ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਦੀ ਕੈਟੇਗਰੀ ਹੈ ਅਤੇ ਇਹਦੇ 'ਚ ਹੈ ਤਾਂ ਕਰੰਟ ਹੈ, ਪਰ ਟਾਈਮ ਦੀ ਕੋਈ ਨਹੀਂ ਪਤਾ ਕਿੰਨਾ ਲੱਗੇਗਾ। ਹੋ ਸਕਦਾ ਸਾਲ ਲੱਗੇ, 6 ਮਹੀਨੇ ਲੱਗਣੇ, ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ। ਅਗਲਾ ਸਵਾਲ ਹੈ ਜੀ ਕਿ ਜੇ ਕਿਸੇ 'ਤੇ ਡੈਪੂਟੇਸ਼ਨ ਲੱਗੀ ਹੋਵੇ ਉਹਨੂੰ ਯੂ ਵੀਜ਼ਾ ਅਪਲਾਈ ਕਰਕੇ ਇੱਥੇ ਪੱਕਾ ਹੋ ਸਕਦਾ। ਹਾਂਜੀ ਹੋ ਸਕਦਾ, ਜੇ ਯੂ ਵੀਜ਼ਾ ਅਪਰੂਵ ਹੋ ਜਾਵੇ। ਯੂ ਵੀਜ਼ੇ 'ਤੇ ਡੈਪੂਟੇਸ਼ਨ ਦਾ ਕੋਈ ਅਸਰ ਨਹੀਂ ਪੈਂਦਾ, ਉਹਦੀਆਂ ਆਪਣੀਆਂ ਸ਼ਰਤਾਂ ਨੇ। ਕੋਈ ਕ੍ਰਾਈਮ ਦੀ ਬੇਸ 'ਤੇ ਹੁੰਦਾ ਕਿ ਤੁਹਾਡੇ 'ਤੇ ਕ੍ਰਾਈਮ ਹੋਇਆ, ਤੁਸੀਂ ਉਹ ਕ੍ਰਾਈਮ ਦੇ ਗਵਾਹ ਹੋ, ਅਤੇ ਉਹਦੇ ਕਰਕੇ ਫਿਰ ਉਹ ਜਿਹਨਾਂ ਨੂੰ ਲੱਗੇ ਕਿ ਤੁਸੀਂ ਕੁਆਲੀਫਾਈ ਕਰਦੇ ਹੋ ਤਾਂ ਫਿਰ ਤੁਸੀਂ ਇੱਥੇ ਪੱਕੇ ਉਹਦੀ ਬੇਸ 'ਤੇ ਜੇ ਪਾਸ ਹੋ ਗਿਆ ਹੋ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਉਹ ਕਹਿੰਦਾ ਕਿ ਅਸਾਈਲਮ ਤੋਂ ਬਾਅਦ ਟੈਕਸ ਪੇ ਕਰ ਸਕਦੇ ਹਾਂ ਅਤੇ ਕਿੰਨਾ ਟੈਕਸ ਭਰਨਾ ਪਊਗਾ। ਇਹ ਤੁਸੀਂ ਜਿੰਨਾ ਕੰਮ ਕਰਦੇ ਹੋ ਉਹਦੇ ਹਿਸਾਬ ਨਾਲ ਹੈ ਜੀ, ਕਿ ਜੇ ਤੁਹਾਨੂੰ ਵਰਕ ਪਰਮਿਟ ਵਗੈਰਾ ਮਿਲਿਆ ਹੋਇਆ, ਸੋਸ਼ਲ ਸਿਕਿਉਰਿਟੀ ਤੁਹਾਡਾ ਕੇਸ ਪਾਸ ਹੋ ਗਿਆ, ਅਸਾਈਲਮ ਦਾ ਤੁਹਾਡੇ ਕੋਲ ਸੋਸ਼ਲ ਸਿਕਿਉਰਿਟੀ ਹੈਗੀ, ਤੁਸੀਂ ਜਿੰਨਾ ਕੰਮ ਕਰਦੇ ਹੋ ਉਹਦੇ ਮੁਤਾਬਕ ਟੈਕਸ ਭਰੋ। ਸੋ ਜੋ ਵੀ ਤੁਹਾਡਾ ਕੰਮ ਆ ਉਹਦੇ ਮੁਤਾਬਕ ਜਿਹੜਾ ਸਹੀ ਟੈਕਸ ਹੈ ਭਰੋ, ਕਿਉਂਕਿ ਅਮਰੀਕਾ ਇੱਕ ਐਸਾ ਮੁਲਕ ਹੈ ਇੱਥੇ ਪੂਰਾ ਟੈਕਸ ਜਿੰਨਾ ਜਾਇਜ਼ ਬਣਦਾ ਉਹ ਭਰਨਾ ਚਾਹੀਦਾ। ਅਗਲਾ ਸਵਾਲ ਹੈ ਜੀ ਕਿ ਅਸੀਂ ਆਪਣੇ ਭੈਣ ਭਰਾਵਾਂ ਲਈ ਅਪਲਾਈ ਕੀਤਾ ਸੀ, ਇਹਦੇ ਬਾਰੇ ਜਾਣਕਾਰੀ ਦੱਸੋ। 2000 ਜਿਹੜੀ ਹੁਣ F4 ਕੈਟੇਗਰੀ ਆ 'ਚ 2005 ਚੱਲ ਰਿਹਾ ਜੀ, ਸੋ 15-16 ਸਾਲ ਲੱਗ ਰਹੇ ਇਹਦੇ ਵਿੱਚ, ਅਤੇ ਕਾਫੀ ਸਲੋਅ ਚੱਲ ਰਿਹਾ, ਬੜੀ ਸਲੋਅ ਕੈਟੇਗਰੀ ਆ। F2B ਕੈਟੇਗਰੀ ਦੇ ਉਹ ਕਹਿੰਦੇ ਪ੍ਰਾਇਓਰਟੀ ਡੇਟ ਆ ਸਤੰਬਰ 2016 'ਚ, ਜੋ ਪੇਪਰ ਮੰਗੇ ਸੀ ਭੇਜਦੇ, ਅਜੇ ਤੱਕ ਇੰਟਰਵਿਊ ਨਹੀਂ ਆਈ। ਸੋ ਅਜੇ 2015 ਚੱਲ ਰਿਹਾ ਜੀ, ਪੇਪਰ ਉਹਨੇ ਮੰਗੇ, ਇੰਟਰਵਿਊ ਤਾਂ ਅਜੇ 15 ਵਾਲਿਆਂ ਦੀ ਤੋਂ ਹੋ ਰਹੀ ਆ। ਤੁਹਾਨੂੰ ਸਾਲ ਲੱਗ ਸਕਦਾ, ਅਜੇ ਹੋ ਸਕਦਾ 1.5 ਸਾਲ ਹੀ ਲੱਗ ਜਾਏ, ਤੁਹਾਨੂੰ ਵੇਟ ਕਰਨੀ ਪੈਣੀ ਹੈ। ਅਗਲਾ ਸਵਾਲ ਹੈ ਜੀ ਕਿ F2A ਕੈਟੇਗਰੀ ਦੇ ਵਿੱਚ ਮੈਂ ਆਪਣੀ ਵਾਈਫ ਦਾ ਅਪਲਾਈ ਕੀਤਾ ਸੀ ਮਾਰਚ 20 'ਚ, ਕੋਈ ਸਿਰਫ ਸਾਨੂੰ ਰਿਸੀਵ ਨੋਟਿਸ ਆਇਆ, ਉਸ ਤੋਂ ਬਾਅਦ ਕੁਛ ਨਹੀਂ ਆਇਆ। ਠੀਕ ਹੈ ਜੀ, ਕਿਉਂਕਿ ਅੱਜ ਕੱਲ੍ਹ ਅਪਰੂਵਲ ਨੂੰ ਵੀ 1.5-2 ਸਾਲ ਲੱਗ ਰਿਹਾ, ਅਤੇ ਇਹ ਕੈਟੇਗਰੀ ਉੱਦਾਂ ਕਹਿਣ ਨੂੰ ਕਰੰਟ ਆ, ਪਰ ਇਹਦੇ ਵਿੱਚ ਕਾਫੀ ਜਿਹੜੀਆਂ ਇੰਟਰਵਿਊਜ਼ ਵਗੈਰਾ ਨਹੀਂ ਹੋ ਰਹੀਆਂ, ਅਤੇ ਕਈਆਂ ਦੀ ਅਪਰੂਵਲ ਵੀ ਨਹੀਂ ਆ ਰਹੀ, ਅਪਰੂਵਲ ਨੂੰ ਵੀ ਬਹੁਤ ਟਾਈਮ ਲੱਗ ਰਿਹਾ, ਸੋ ਤੁਹਾਨੂੰ ਵੇਟ ਹੀ ਕਰਨੀ ਪੈਣੀ ਹੈ। ਅਗਲਾ ਸਵਾਲ ਹੈ ਜੀ ਕਿ ਸੀਨੀਅਰ ਸਿਟੀਜ਼ਨ ਨੂੰ ਜਿਹੜਾ ਸਿਟੀਜ਼ਨਸ਼ਿਪ ਟੈਸਟ ਹੈਗਾ ਉਹ ਦੇਣ ਦੀ ਲੋੜ ਪੈਂਦੀ ਹੈ ਕਿ ਨਹੀਂ। ਹਾਂਜੀ, ਜਿਹੜਾ ਕੋਈ ਸੀਨੀਅਰ ਸਿਟੀਜ਼ਨ ਆ ਉਹਨੂੰ ਇੰਟਰਵਿਊ ਦੇਣ ਦੀ ਲੋੜ ਪੈਂਦੀ ਹੈਗੀ ਸਿਟੀਜ਼ਨਸ਼ਿਪ ਟੈਸਟ ਦੀ, ਪਰ 70 ਸਾਲ ਤੋਂ ਉੱਤੇ ਉਮਰ ਦਾ ਕੋਈ ਇਹਦੇ 'ਚ ਰੈਲੇਵੈਂਸ ਨਹੀਂ ਹੈਗੀ। ਪਰ ਜਿਹੜੇ ਕਈ ਨੇ ਜਿਨ੍ਹਾਂ ਨੂੰ 15 ਸਾਲ ਤੋਂ ਉੱਤੇ ਹੋ ਜਾਣਾ, ਉਹਨਾਂ ਦਾ ਜਿਹੜਾ ਟੈਸਟ ਆਪਣੀ ਲੈਂਗੁਏਜ ਹੋ ਜਾਂਦਾ। ਜੇ ਟੈਸਟ ਮਾਫ ਕਰਾਉਣਾ ਤਾਂ ਤੁਹਾਡਾ ਜਿਹੜਾ ਡਾਕਟਰ ਹੈ, ਪ੍ਰਾਇਮਰੀ ਡਾਕਟਰ ਆ, ਉਹ N648 ਫਾਰਮ ਭਰੇ। ਸੋ N648 ਫਾਰਮ ਭਰ ਕੇ ਤੁਸੀਂ ਉਹਦੇ ਵਿੱਚ ਜਿਹੜਾ ਹੈਗਾ ਉਹ ਟੈਸਟ ਮਾਫ ਆਪਣਾ ਕਰਾ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਮੈਂ ਸਿਟੀਜ਼ਨ ਮਹੀਨਾ ਪਹਿਲਾਂ ਹੀ ਹੋਈ ਹਾਂ, ਅਤੇ NVC ਨੇ ਮੇਰੀ ਕੈਟੇਗਰੀ ਚੇਂਜ ਕਰਕੇ F2A to IR1 ਕਰਤੀ ਆ, ਅਤੇ ਅਜੇ ਕੋਈ ਇੰਟਰਵਿਊ ਨਹੀਂ ਆਈ, ਟਾਈਮ ਲੱਗ ਰਿਹਾ। ਹਾਂਜੀ, ਇੰਟਰਵਿਊ ਦੋਨਾਂ 'ਚ ਨਹੀਂ ਆ ਰਹੀ, ਜਿਹੜੀ F2A ਕੈਟੇਗਰੀ ਉਹਦੇ 'ਚ ਵੀ ਨਹੀਂ ਆ ਰਹੀ, ਅਤੇ ਜਿਹੜੀ US ਸਿਟੀਜ਼ਨ ਦੇ ਹਸਬੈਂਡ ਵਾਈਫ ਦੀ ਕੈਟੇਗਰੀ ਹੈਗੀ ਆ IR1 ਉਹਦੇ ਵਿੱਚ ਵੀ ਅਜੇ ਇੰਟਰਵਿਊਜ਼ ਨਹੀਂ ਆ ਰਹੀਆਂ। ਲੇਕਿਨ ਦੋਨੇ ਕੈਟੇਗਰੀਆਂ ਕਰੰਟ ਨੇ, ਕੋਈ ਵੀਜ਼ਾ ਨੰਬਰ ਦੀ ਗੱਲ ਨਹੀਂ, ਪਰ ਇੰਟਰਵਿਊ ਹੀ ਨਹੀਂ ਆ ਰਹੀਆਂ, ਇਸ ਕਰਕੇ ਡਿਲੇ ਹੈਗੀ, ਤੁਹਾਨੂੰ ਵੇਟ ਕਰਨੀ ਪੈਣੀ ਆ। ਅਗਲਾ ਸਵਾਲ ਹੈ ਜੀ ਕਿ F3 ਇੰਟਰਵਿਊ ਦੇ ਕੀ ਸਵਾਲ ਪੁੱਛਦੇ ਨੇ। F3 ਇੰਟਰਵਿਊ ਜਿਹੜਾ ਕੇਸ ਹੁੰਦਾ ਉਹ 'ਚ ਬੇਸਿਕਲੀ ਰਿਲੇਸ਼ਨਸ਼ਿਪ ਬਾਰੇ ਪੁੱਛਦੇ ਆ, ਕਿਉਂਕਿ F3 ਕੈਟੇਗਰੀ ਹੈਗੀ ਜਿਹੜੇ US ਸਿਟੀਜ਼ਨ ਦੇ ਮੈਰਿਡ ਬੱਚਿਆਂ ਦਾ ਅਪਲਾਈ ਕਰਦੇ ਆ, ਆਪਣੇ ਮਾਂ-ਬਾਪ ਜਿਹੜੇ ਸਿਟੀਜ਼ਨ ਮਾਂ-ਬਾਪ ਨੇ ਆਪਣੇ ਮੈਰਿਡ ਬੱਚਿਆਂ ਦਾ, ਅਤੇ ਉਹਨਾਂ ਦੇ ਅੱਗੇ ਬੱਚਿਆਂ ਦਾ। ਇਹਦੇ ਵਿੱਚ ਇਹ ਆ ਜੀ ਕਿ ਤੁਹਾਨੂੰ ਉਹ ਇਹ ਜਿਹੜਾ ਹੈਗਾ ਦੱਸਣਾ ਪੈਂਦਾ ਕਿ ਰਿਲੇਸ਼ਨਸ਼ਿਪ ਹੈਗੀ ਆ, ਤੁਹਾਡੇ ਜਿਹੜੇ ਆਪਣੇ ਬੱਚੇ ਨੇ ਉਹਨਾਂ ਦਾ DNA ਵਗੈਰਾ ਵੀ ਮੰਗ ਸਕਦੇ ਆ, ਬਰਥ ਸਰਟੀਫਿਕੇਟ ਮੰਗ ਸਕਦੇ ਆ, ਮੈਰਿਜ ਸਰਟੀਫਿਕੇਟ ਮੰਗ ਸਕਦੇ ਆ। ਸੋ ਰਿਲੇਸ਼ਨਸ਼ਿਪ ਪ੍ਰੂਵ ਕਰਨੀ ਪੈਂਦੀ ਆ ਵੀ ਅਸਲੀ ਆ, ਤਾਂ ਉਹਨਾਂ ਦੇ ਗਾਂਹ ਜਿਹੜੇ ਬੱਚੇ ਉਹਨਾਂ ਦੀ ਰਿਲੇਸ਼ਨਸ਼ਿਪ ਵੀ ਅਸਲੀ, ਬੱਚਿਆਂ ਦੀ ਉਮਰ 21 ਸਾਲ ਤੋਂ ਉੱਪਰ ਤਾਂ ਨਹੀਂ ਹੋਊਗੀ, ਇੱਦਾਂ ਦੀਆਂ ਗੱਲਾਂ ਐਂਡ ਸੋ ਫੋਰਥ। ਅਗਲਾ ਸਵਾਲ ਹੈ ਜੀ ਕਿ ਅਜੇ ਜਿਹੜੀ ਹੈਗੀ CR1 ਕੈਟੇਗਰੀ 'ਚ ਇੰਟਰਵਿਊ ਨਹੀਂ ਦੇ ਰਹੇ। ਬਿਲਕੁਲ ਠੀਕ ਹੈ ਜੀ, ਇੰਟਰਵਿਊ ਨਹੀਂ ਆ ਰਹੀਆਂ, ਬਹੁਤ ਸਲੋਅ ਆ, ਅਤੇ ਆਉਣੀਆਂ ਚਾਹੀਦੀਆਂ ਨੇ, ਪਰ ਅਜੇ ਸਿਸਟਮ ਜਿਹੜਾ ਉਹ ਤੇਜ਼ ਨਹੀਂ ਹੋਇਆ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ F4 ਕੈਟੇਗਰੀ ਲਈ ਅਸੀਂ ਅਪਲਾਈ ਕੀਤਾ ਹੋਇਆ, ਬਹੁਤ ਟਾਈਮ ਲੱਗ ਰਿਹਾ, ਕੋਈ ਤੇਜ਼ ਹੋਣ ਦੀ ਸੰਭਾਵਨਾ ਨਹੀਂ ਲੱਗਦੀ ਜੀ ਅਜੇ ਤੇਜ਼ ਹੋਣ ਦੀ ਸੰਭਾਵਨਾ, ਕਿਉਂਕਿ ਅਸੀਂ ਆਹ ਮਹੀਨੇ ਦਾ ਜਿਹੜਾ ਹੁਣ ਵੀਜ਼ੇ ਬੁਲਟਨ ਬਾਰੇ ਮੈਂ ਦੱਸ ਕੇ ਹਟਿਆ, 'ਚ ਕੋਈ ਜ਼ਿਆਦਾ ਖਾਸ ਮੂਵਮੈਂਟ ਨਹੀਂ ਹੋਈ। ਸੋ ਆਉਂਦੇ ਸਮੇਂ ਚੇਂਜ ਹੋ ਜਾਵੇ ਤਾਂ ਇਹਦੇ ਬਾਰੇ ਕਹਿ ਨਹੀਂ ਸਕਦੇ, ਪਰ ਅਜੇ ਤੱਕ ਤਾਂ ਬਹੁਤ ਸਲੋਅ ਹੈ ਜੀ।
ਅਗਲਾ ਸਵਾਲ ਹੈ ਜੀ ਕਿ ਤੁਸੀਂ ਇਹ ਦੱਸੋ ਕਿ ਮੇਰੇ ਹਸਬੈਂਡ 99 ਵਿੱਚ ਗਏ ਸੀ, 8 ਵਿੱਚ ਐਮਰਜੈਂਸੀ ਸਲਿੱਪ ਲੈ ਕੇ ਆ ਗਏ, ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੇ ਆ ਕਿ ਨਹੀਂ। ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ। ਜੇ ਉਹਨਾਂ ਨੂੰ ਜਦੋਂ ਵਾਪਸ ਆ ਗਏ ਤਾਂ ਇਹ ਸਮਝ ਲਓ ਵੀ 10 ਸਾਲ ਦੀ ਡੈਪੂਟੇਸ਼ਨ ਲੱਗ ਜਾਂਦੀ ਆ, ਅਤੇ 10 ਸਾਲ ਜੇ ਹੁਣ 8 ਤੋਂ ਬਾਅਦ 18 ਤੱਕ ਉਹ ਪੂਰੇ ਵੀ ਹੋ ਜਾਣ, ਈਵਨ ਦੈਨ ਉਹਨਾਂ ਦੀ ਮਰਜ਼ੀ ਆ ਕਿ ਵਿਜ਼ਟਰ ਵੀਜ਼ਾ ਦੇਣ ਜਾਂ ਨਾ ਦੇਣ, ਟਰਾਈ ਕਰ ਸਕਦੇ ਆ, ਪਰ ਕੋਈ ਇਹਦੇ 'ਚ ਗਰੰਟੀ ਨਹੀਂ ਹੈਗੀ ਕਿ ਵੀਜ਼ਾ ਮਿਲੇ ਕਿ ਨਾ ਮਿਲੇ। ਜ਼ਿਆਦਾ ਚਾਂਸ ਇਹੀ ਆ ਵੀ ਨਾ ਹੋਣ ਦੇ ਜ਼ਿਆਦਾ ਚਾਂਸ ਆ। ਅਤੇ ਅਗਲਾ ਸਵਾਲ ਹੈ ਜੀ ਕਿ F2A ਕੈਟੇਗਰੀ ਦੇ ਵਿੱਚ ਕਾਫੀ ਬੈਕਲੌਗ ਚੱਲ ਰਿਹਾ, ਇਹ ਦੂਰ ਹੋਣ ਦੀ ਕਿੰਨੀ ਕੁ ਉਮੀਦ ਆ। ਦੇਖੋ, F2A ਕੈਟੇਗਰੀ ਬੇਸਿਕਲੀ ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਅਤੇ 21 ਸਾਲ ਤੋਂ ਘੱਟ ਬੱਚਿਆਂ ਦੀ ਕੈਟੇਗਰੀ ਹੈ, 'ਚ ਬੈਕਲੌਗ ਜ਼ਰੂਰ ਚੱਲ ਰਿਹਾ। ਖਤਮ ਹੋਣ ਦੀ ਉਮੀਦ ਅਜੇ ਨਹੀਂ ਆ, ਇਹਨੂੰ ਟਾਈਮ ਲੱਗੇਗਾ। ਇਹਨੂੰ ਤੋਂ ਪਹਿਲਾਂ ਉਹਦਾ ਕਾਰਨ ਇਹ ਆ, ਪਹਿਲਾਂ ਬੈਨ ਲੱਗਿਆ ਸੀ ਇਸ ਕੈਟੇਗਰੀ, ਸਾਲ ਬੈਨ ਲੱਗਿਆ ਰਿਹਾ, ਉਦੋਂ ਬਾਅਦ ਮਹਾਮਾਰੀ ਆ ਗਈ, ਉਹਦੇ ਕਰਕੇ ਡਿਲੇ ਹੋ ਗਈ। ਸੋ ਇਹਨਾਂ ਗੱਲਾਂ ਕਰਕੇ ਕਾਫੀ ਡਿਲੇ ਜਿਹੜੀ ਆ ਉਹ ਹੋ ਰਹੀ ਆ, ਅਤੇ ਇਹਦੇ 'ਚ ਅਜੇ ਉਮੀਦ ਨਹੀਂ, ਪਰ ਗਾਂਹ ਦੇਖਦੇ ਹਾਂ ਕਿੰਨੀ ਕੁ ਉਮੀਦ ਹੁੰਦੀ ਆ। ਅਤੇ ਅੱਜ ਦਾ ਆਖਰੀ ਸਵਾਲ ਹੈ ਜੀ ਕਿ ਉਹ ਕਹਿੰਦੇ ਆ ਕਿ ਸਿਟੀਜ਼ਨਸ਼ਿਪ ਬਾਰੇ ਦੱਸੋ ਕਿ ਇਹਦੀਆਂ ਕੀ ਸ਼ਰਤਾਂ ਨੇ। ਦੇਖੋ, ਜਿਹੜਾ ਸਿਟੀਜ਼ਨਸ਼ਿਪ ਹੈ ਉਹਦੇ ਵਾਸਤੇ ਇੱਕ ਤਾਂ ਇਹ ਆ ਕਿ ਜੇ ਕੋਈ US ਸਿਟੀਜ਼ਨ ਨਾਲ ਵਿਆਹ ਕਰਦਾ ਤਾਂ ਉਹਨੂੰ 3 ਸਾਲ ਹੋ ਜਾਣ ਵਿਆਹ ਹੋਏ ਨੂੰ, ਅਤੇ ਸਿਟੀਜ਼ਨ ਬਣੇ ਨੂੰ ਵੀ 3 ਸਾਲ ਤੋਂ ਉੱਪਰ ਹੋ ਗਏ ਸਪਾਊਸ ਨੂੰ, ਤਾਂ ਉਹ ਜਿਹੜੀ ਸਿਟੀਜ਼ਨਸ਼ਿਪ 3 ਸਾਲਾਂ ਬਾਅਦ ਅਪਲਾਈ ਕਰ ਸਕਦਾ ਗ੍ਰੀਨ ਕਾਰਡ ਤੋਂ ਬਾਅਦ। ਜੇ ਉਹਨੂੰ ਗ੍ਰੀਨ ਕਾਰਡ ਮਿਲ ਗਿਆ, ਹਸਬੈਂਡ ਵਾਈਫ ਸਿਟੀਜ਼ਨ ਹੈ, 3 ਸਾਲਾਂ ਬਾਅਦ। ਅਦਰਵਾਈਜ਼ ਜਿਹੜੀਆਂ ਬਾਕੀ ਜਿੰਨੀਆਂ ਕੈਟੇਗਰੀਆਂ ਨੇ, ਚਾਹੇ ਉਹ ਉਹਨਾਂ ਨੂੰ ਗ੍ਰੀਨ ਕਾਰਡ ਅਸਾਈਲਮ 'ਤੇ ਮਿਲਿਆ, ਚਾਹੇ ਗ੍ਰੀਨ ਕਾਰਡ ਉਹਨਾਂ ਨੂੰ ਜਿਹੜਾ ਹੈਗਾ U ਵੀਜ਼ੇ 'ਤੇ ਮਿਲਿਆ, ਵਾਹਵਾ 'ਤੇ ਮਿਲਿਆ, ਕੰਮ ਵਾਲੀ ਬੇਸ 'ਤੇ ਮਿਲਿਆ, ਜਿੱਦਾਂ ਵੀ ਮਿਲਿਆ ਗ੍ਰੀਨ ਕਾਰਡ, ਉਹ 5 ਸਾਲਾਂ ਬਾਅਦ ਸਿਟੀਜ਼ਨਸ਼ਿਪ ਅਪਲਾਈ ਕਰ ਸਕਦੇ ਨੇ। 5 ਸਾਲਾਂ ਵਿੱਚੋਂ 2.5 ਸਾਲ ਅਮਰੀਕਾ 'ਚ ਰਹਿਣੇ ਪੈਂਦੇ ਆ, ਅਤੇ ਉਹ 2.5 ਸਾਲਾਂ ਦੀ ਸਟੇ ਚਾਹੀਦੀ ਆ। 6 ਮਹੀਨੇ ਤੋਂ ਬਾਅਦ ਲਗਾਤਾਰ ਬਾਹਰ ਨਹੀਂ ਰਹਿ ਸਕਦੇ। ਸੋ ਇਹ ਜਾਣਾ 2-3 ਮਹੀਨੇ 'ਚ ਮੁੜਨਾ ਪਏਗਾ, 6 ਮਹੀਨੇ ਤੋਂ ਬਾਅਦ ਤੁਸੀਂ ਰਹਿ ਨਹੀਂ ਸਕਦੇ। ਅਤੇ ਜਿਹੜੀ ਲਾਸਟ ਇਹਦੇ 'ਚ ਗੱਲ ਆਵੇ ਹੈਗੀ, ਤੁਹਾਡਾ ਕ੍ਰਿਮੀਨਲ ਰੈਕਡ ਚੈੱਕ ਹੁੰਦਾ, ਅਤੇ ਉਹ ਰੈਕਡ ਜਿਹੜਾ ਕਲੀਨ ਚਾਹੀਦਾ, ਅਤੇ ਉਹਦੇ ਨਾਲ ਜਿਹੜਾ ਹੈਗਾ ਟੈਸਟ ਪਾਸ ਕਰਨਾ ਪੈਂਦਾ, ਜਿਹੜਾ ਕਿ ਸਿਵਿਕ ਟੈਸਟ ਹੁੰਦਾ, ਹਿਸਟਰੀ ਦਾ ਟੈਸਟ ਹੁੰਦਾ, ਉਦੋਂ ਬਾਅਦ ਤੁਹਾਡਾ ਜਿਹੜਾ ਰਿਟਨ ਟੈਸਟ ਹੁੰਦਾ। ਅਤੇ ਉਹ ਟੈਸਟ ਮਾਫ ਕਰਨ ਦਾ ਇੱਕੋ ਹੀ ਤਰੀਕਾ ਹੁੰਦਾ ਕਿ ਜੇ ਤੁਹਾਡਾ ਜਿਹੜਾ ਪ੍ਰਾਇਮਰੀ ਡਾਕਟਰ ਆ ਉਹ N648 ਇੱਕ ਫਾਰਮ ਹੈ, ਉਹ ਭਰ ਕੇ ਦੇਵੇ, ਉਹਦੇ ਨਾਲ ਟੈਸਟ ਜਿਹੜਾ ਹੈਗਾ ਉਹ ਜੇ ਉਹਨੂੰ ਐਕਸੈਪਟ ਕਰ ਲੈਣ ਤਾਂ ਮਾਫ ਹੋ ਜਾਂਦਾ। ਅਦਰਵਾਈਜ਼ ਜੇ ਟੈਸਟ ਦੇਣਾ ਪੈਂਦਾ, 2 ਮੌਕੇ ਮਿਲਦੇ ਨੇ, ਇੱਕ ਵਾਰੀ ਪਹਿਲੇ 'ਚ ਫੇਲ ਹੋ ਜਾਓ ਤਾਂ ਦੂਜੇ ਮੌਕੇ 'ਚ ਬੰਦਾ ਫੇਰ ਟਰਾਈ ਕਰ ਸਕਦਾ। ਸੋ ਇਹ ਸੀ ਤੁਹਾਡੇ ਸਵਾਲਾਂ ਦੇ ਜਵਾਬ। ਤਾਂ ਆਸ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਹੋਏਗਾ। ਅਗਲੇ ਵੀਕ ਹੀ ਆਪਾਂ ਫੇਰ ਦੁਬਾਰਾ ਇਸੇ ਪ੍ਰੋਗਰਾਮ ਨਾਲ ਫੇਰ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ ਜੀ।